परम सत्कारयोग सतगुरां दी साजी और नवाजी हुई साध संगत जीओ, आप माई भाई धनता दे जोग हों जिन्हां नूं गुरु चरनां दे विच बैठ के गुरमुख प्यारियां दे पासों रब्बी गुरबाणी दे जाप सरवण करन दे सुभाग समय प्राप्त होए। आओ रल मिल के गुरबाणी दियां विचारां करन दा यतन करिए, जो निरंतर लगातार गुरबाणी दियां विचारां चलदियां आ रही ने। भगत कबीर जियां दी गुरबाणी चल रही है। आओ की कहते ने भगत कबीर जी गौड़ी राग दे विच। गौड़ी कबीर जी माधो जल की प्यास न जाए, जल में अगन उठी अधकाए। रहाओ भगत कबीर जी फरमान करते ने, हे माया दे पति तेरे नाम दे पानी लई मेरी त्रेह दूर नहीं हुंदी। तेरे नाम रूपी पानी लई मेरी त्रेह दूर नहीं हुंदी। उस पानी लई मेरी उमंग सगों ज्यादा बढ़ रही है। तू जल निध हो जल का मीन, जल मह रहो जल ही बिन खीना। मीन किनू कहंदे ने? मछली नू। तू पानी दा समुंदर है अते मैं पानी दी एक मछली हाँ। तू पानी दा समुंदर है, मैं एक मछली हाँ। पानी ते मछली दा बहुत ज्यादा गूढ़ा प्रेम हुंदा है। मछली पानी नू बड़ा अथा गूढ़ा प्रेम करदी आ, पर पानी मछली नू प्रेम नहीं करता है। ये एक अंगी प्रीति आ। तुसीं देखिया हो कदे भी मछली नू पानी दे विचों बाहर कढ दईए, मछली तड़प तड़प के अपने प्राण त्याग दू, पर कदे पानी चल के मछली दे कोल नहीं आउंदा। मछली पानी वल नू भजेगी। तां गुरमुख प्यारिओ, तू पानी दा समुंदर है अते मैं पानी दी एक मच्छी हाँ। मैं पानी अंदर बसदी हाँ अते पानी दे बगैर नाश हो जाती है। पानी दे विचे मछली बसदी है, पानी तो बिना मच्छी मर जाती है। तू पिंजर हो स्वाटा तोर, जम मंजार कहाँ करे मोर। भगत कबीर जी महाराज फरमान करते ने, तू पिंजरा है अते मैं तेरा तोता हाँ। मौत दा बिल्ला मेरा की कर सकदा, भाव कि जमदूत मेरा की कर सकते ने।
ਤੂੰ ਤਰਬਰ ਹੋ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਤੂੰ ਬਿਰਸ ਹੈ ਅਤੇ ਮੈਂ ਇੱਕ ਪਰੰਦਾ ਹਾਂ, ਮੈਂ ਨਿਕੰਮਾ ਮੰਦਭਾਗੀ ਤੈਨੂੰ ਵੇਖ ਨਹੀਂ ਸਕਦਾ। ਤੂੰ ਸਤਿਗੁਰ ਹੋ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਤੂੰ ਸੱਚਾ ਗੁਰੂ ਹੈ ਅਤੇ ਮੈਂ ਤੇਰਾ ਨਵਾਂ ਮਰੀਦ ਹਾਂ, ਚੇਲਾ ਹਾਂ। ਕਬੀਰ ਜੀ ਆਖਦੇ ਹਨ, ਹੇ ਸੁਆਮੀ, ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖਸ਼ੀ, ਮੈਨੂੰ ਅਖੀਰ ਦੇ ਵੇਲੇ ਆਪਣਾ ਦੀਦਾਰ ਬਖਸ਼ੀ। ਗੌੜੇ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਨਿਆ, ਤਬ ਲੋਗ ਹੈ ਕਾਹੇ ਦੁਖ ਮੰਨਿਆ। ਕਬੀਰ ਜੀ ਕਹਿਣ ਲੱਗੇ, ਜਦ ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਸਿਆਣਦਾ ਹਾਂ। ਭਗਤ ਕਬੀਰ ਜੀ ਕਹਿਣ ਲੱਗੇ, ਜਦ ਮੈਂ ਕੇਵਲ ਇੱਕ ਪਰਮੇਸ਼ਰ ਨੂੰ ਹੀ ਸਿਆਣਦਾ ਹਾਂ, ਹੋਰ ਨਹੀਂ ਕਿਸੇ ਨੂੰ ਸਿਆਣਦਾ, ਕੇਵਲ ਇੱਕ ਪਰਮੇਸ਼ਰ ਨੂੰ ਹੀ, ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਆ? ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਆ? ਕਿਉਂ ਤੜਫਦੇ ਨੇ ਲੋਕ? ਜਦੋਂ ਮੈਂ ਇੱਕ ਪਰਮੇਸ਼ਰ ਨੂੰ ਜਪਦਾ ਹਾਂ। ਬੜੇ ਉਸ ਸਮੇਂ ਭਗਤ ਕਬੀਰ ਜੀ ਦੇ ਨਾਲ ਲੋਕੀ ਈਰਖਾ ਕਰਦੇ ਸਨ। ਚੜ੍ਹਦੀ ਕਲਾ ਨੂੰ ਦੇਖ ਕੇ ਜਰਦੇ ਨਹੀਂ। ਵੀ ਦੀ ਚੜ੍ਹਦੀ ਕਲਾ ਕਿਉਂ ਹੁੰਦੀ ਹੈ? ਮੈਨੂੰ ਕੋਈ ਪੁੱਛਦੇ ਨਹੀਂ, ਇਹਨੂੰ ਸਾਰੀ ਦੁਨੀਆ ਪੁੱਛਦੀ ਆ। ਆਉਂਦੇ ਜਾਂਦੇ ਨੂੰ ਨਮਸਕਾਰਾਂ ਵੀ ਹੁੰਦੀਆਂ ਨੇ। ਕਿਸੇ ਦੀ ਚੜ੍ਹਦੀ ਕਲਾ ਹੋਵੇ ਨਾ, ਵਧੀਆ ਕੋਠੀ ਬਣਾਉਣ ਲੱਗ ਜਾਵੇ, ਜ਼ਮੀਨ ਦਾ ਕਿੱਲਾ ਲੈ ਲੈ, ਗੱਡੀ ਲਿਆਵੇ, ਉਹੀ ਦੇਖ ਦੇਖ ਕੇ ਜਲਨ ਹੋਈ ਜਾਂਦੀ ਆ ਵੀ ਇਹਨੂੰ ਕਿੱਧਰੋਂ ਆ ਗਈ ਮਾਇਆ, ਕਿੱਧਰੋਂ ਡਾਕਾ ਮਾਰ ਲਿਆ, ਕਿੱਧਰੋਂ ਲਿਆ ਪੈਸੇ ਇੰਨੇ। ਚੜ੍ਹਦੀ ਕਲਾ ਦੇਖ ਕੇ ਜਲਦੇ। ਜਦ ਮੈਂ ਕੇਵਲ ਇੱਕ ਪ੍ਰਭੂ ਨੂੰ ਹੀ ਸਿਆਣਦਾ, ਹੋਰ ਨਹੀਂ ਕਿਸੇ ਨੂੰ ਸਿਆਣਦਾ, ਭਗਤ ਕਬੀਰ ਜੀ ਕਹਿੰਦੇ, ਤਾਂ ਲੋਕਾਂ ਨੂੰ ਕਿਉਂ ਤਕਲੀਫ ਮਹਿਸੂਸ ਹੁੰਦੀ ਆ? ਬੜੇ ਲੋਕ ਈਰਖਾ ਕਰਦੇ ਸੀ ਉਸ ਸਮੇਂ ਭਗਤ ਕਬੀਰ ਜੀ ਦੇ ਨਾਲ। ਇੱਕ ਸਮਾਂ ਈਰਖਾ ਦੇ ਵਿੱਚ ਆ ਕੇ ਨਾ ਵੀ ਇਹਦੀ ਬਦਨਾਮੀ ਕਰਾਈਏ, ਭਗਤ ਕਬੀਰ ਦੀ ਕਿਸ ਨਾ ਕਿਸ ਤਰ੍ਹਾਂ ਕਿਹੜੇ ਢੰਗ ਦੇ ਨਾਲ ਬਦਨਾਮੀ ਕਰਾਈਏ। ਨਿੰਦਕਾਂ ਨੇ ਕੀ ਕੀਤਾ, ਐਵੇਂ ਹੋਕਾ ਦਵਾਤਾ, ਕਹਿੰਦੇ ਵੀ ਭਗਤ ਕਬੀਰ ਦੇ ਘਰੇ ਭੰਡਾਰਾ ਚੱਲਣਾ। ਭਗਤ ਕਬੀਰ ਜੀ ਦੇ ਘਰ ਫਲਾਣੀ ਤਰੀਕ ਨੂੰ ਭੰਡਾਰਾ ਹੈ। ਭਗਤ ਕਬੀਰ ਜੀ ਨੂੰ ਪਤੀ ਨਹੀਂ ਜਮੀ ਬਿਲਕੁਲ ਵੀ। ਹੁਣ ਗੱਲ ਸਾਰੇ ਫੈਲ ਗਈ ਵੀ ਭੰਡਾਰਾ ਸਕਾਂਗੇ, ਚੱਲਾਂਗੇ। ਹੁਣ ਭਗਤ ਕਬੀਰ ਜੀ ਘਰੋਂ ਆ ਰਹੇ ਨੇ ਤੇ ਲੋਕ ਆਉਂਦੇ ਨੇ। ਲੋਕਾਂ ਨੇ ਭਗਤ ਕਬੀਰ ਨੂੰ ਦੇਖਿਆ ਨਹੀਂ। ਜਦੋਂ ਭਗਤ ਕਬੀਰ ਜੀ ਦੇ ਗੁਣ ਗਾਉਂਦੇ ਆ ਰਹੇ ਨੇ, ਧੰਨ ਕਬੀਰ ਜਿਨ੍ਹਾਂ ਨੇ ਭੰਡਾਰਾ ਤਿਆਰ ਕੀਤਾ, ਧੰਨ ਕਬੀਰ। ਕਬੀਰ ਸੋਚ ਕੇ ਹੈਰਾਨ ਹੋ ਗਿਆ, ਉਹ ਮੈਨੂੰ ਹਜੇ ਕੋਈ ਗੱਲ ਦਾ ਪਤੀ ਨਹੀਂ ਹੈ, ਆਹ ਕੀ ਨਵੀਂ ਬਲਾ ਪੈ ਗਈ, ਆਹ ਕੀ ਹੋ ਗਿਆ? ਝਾੜੀਆਂ ਦੇ ਉੱਲੇ ਬੈਠ ਗਿਆ ਭਗਤ ਕਬੀਰ। ਝਾੜੀਆਂ ਦੇ ਉੱਲੇ ਬੈਠ ਕੇ ਲੋਕ ਲੰਘ ਰਹੇ ਨੇ ਰਸਤੇ ਵਿੱਚ, ਧੰਨ ਕਬੀਰ, ਬਈ ਭੰਡਾਰਾ ਸਕਾਂਗੇ ਅੱਜ। ਭਗਤ ਕਬੀਰ ਜੀ ਹੈਰਾਨ ਹੋ ਗਏ। ਹੁਣ ਫਿਰ ਭਗਤ ਕਬੀਰ ਨੇ ਕੀ ਕੀਤਾ? ਦੋਏ ਕਰ ਜੋੜ ਕਰੂ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਸਾਡਾ ਫਰਜ਼ ਬਣਦਾ ਪਰਮੇਸ਼ਰ ਨੂੰ ਅਰਦਾਸ ਕਰਨਾ
ਅੱਗੇ ਪਰਮੇਸ਼ਰ ਦੀ ਮਰਜ਼ੀ ਹੈ ਨਾ, ਮੰਨਣਾ ਜਾਂ ਨਾ ਮੰਨਣਾ। ਸਾਡਾ ਫਰਜ਼ ਬਣਦਾ ਅਰਦਾਸ ਕਰਨਾ, ਅੱਗੇ ਪਰਮੇਸ਼ਰ ਦੀ ਮਰਜ਼ੀ ਹੈ ਭਾਈ, ਉਹਨੂੰ ਮੰਨਣਾ ਜਾਂ ਨਾ ਮੰਨਣਾ। ਹੁਣ ਗੁਰੂ ਦੀ ਬਾਣੀ ਸਾਨੂੰ ਰੋਜ਼ ਆਵਾਜ਼ਾਂ ਮਾਰਦੀ ਹੈ, ਰੋਜ਼ ਸਮਝਾਉਂਦੀ ਆ। ਅੱਗੇ ਤਾਂ ਸਾਡਾ ਫਰਜ਼ ਆ ਨਾ ਮੰਨਣਾ ਨਾ ਜੇ ਮੰਨਣਾ। ਜਿਹੜੇ ਮੰਨਣਗੇ ਭਲਾ ਹੋ ਜਾਣਾ, ਜਿਹੜੇ ਨਹੀਂ ਮੰਨਣਗੇ ਨਾ ਸੀ। ਗੁਰਬਾਣੀ ਦਾ ਕੀ ਜਾਣਾ, ਗੁਰੂ ਦਾ ਕੀ ਜਾਣਾ। ਨੁਕਸਾਨ ਸਾਡਾ ਹੋ ਜਾਣਾ, ਘਾਟਾ ਸਾਨੂੰ ਪੈਣਾ ਹੈ। ਹੁਣ ਭਗਤ ਕਬੀਰ ਜੀ ਨੇ ਅਰਦਾਸ ਕੀਤੀ ਇੱਕ ਮਨ ਹੋ ਕੇ, ਹੇ ਵਾਹਿਗੁਰੂ। ਹੁਣ ਲੋਕਾਂ ਨੇ ਤਾਂ, ਨਿੰਦਕਾਂ ਨੇ ਤਾਂ ਜੋ ਕਰਤਾ ਕਰਤਾ, ਪਰ ਹੁਣ ਤੇਰੇ ਚਰਨਾਂ 'ਚ ਅਰਦਾਸ ਹੈ ਮੇਰੀ। ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਰਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠ ਤਾਵੈ। ਆਪਣੇ ਸੇਵਕ ਕੋ ਨਿਕਟੀ ਹੋਏ ਦਿਖਾਵੇ। ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰੋ, ਹੁਣ ਤੁਹਾਡੇ ਹੱਥ ਦੀ ਗੱਲ ਆ। ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਲਾਜ ਤੇਰੇ ਨਾਮ ਨੂੰ ਲੱਗੇਗੀ। ਮੈਂ ਤਾਂ ਤੇਰੀ ਬੰਦਗੀ ਕਰਨ ਵਾਲਾ ਨਿਮਾਣਾ ਜਾਂ ਭਗਤਾਂ ਤੇਰਾ ਅਰਦਾਸਾਂ ਬੇਨਤੀ ਕਰ ਰਿਹਾ। ਬਸ ਫਿਰ ਹੋ ਗਈ ਉਸੇ ਸਮੇਂ ਮਿਹਰ, ਹੋ ਗਈ ਅਰਦਾਸ ਪ੍ਰਵਾਨ, ਕਿਰਪਾ ਹੋ ਗਈ ਐਸੀ ਸਤਿਗੁਰੂ ਦੀ। ਪਰਮੇਸ਼ਰ ਨੇ ਗੁਰਮੁਖ ਪਿਆਰਿਓ, ਇਤਿਹਾਸ ਦੱਸਦਾ ਹੈ, ਪਰਮੇਸ਼ਰ ਨੇ ਭਗਤ ਕਬੀਰ ਦਾ ਰੂਪ ਧਾਰਨ ਕਰਕੇ ਆ ਰਹੇ ਨੇ ਗੱਡੇ ਸਮਾਨ ਦੇ ਭਰੇ। ਭਗਤ ਕਬੀਰ ਜੀ ਦੇ ਘਰ ਵਾਲੀ ਲੋਈ ਬੜੀ ਹੈਰਾਨ ਹੋ ਗਈ, ਇੰਨੇ ਗੱਡੇ ਅੱਜ ਬੜੇ ਭਰੇ ਆ ਰਹੇ ਨੇ, ਲੋਕ ਵੀ ਬੜੇ ਇਕੱਠੇ ਹੋ ਰਹੇ ਨੇ। ਕਾਰਨ ਕੀ ਹੈ? ਘਰ ਦੇ ਵਿੱਚ ਕੋਈ ਪ੍ਰੋਗਰਾਮ ਪਤੀ ਨਹੀਂ ਹੈ ਨਾ। ਭਗਤ ਜੀ ਨੇ ਦੱਸਿਆ ਕੁਝ ਵੀ ਕੋਈ ਪ੍ਰੋਗਰਾਮ। ਭਗਤ ਕਬੀਰ ਜੀ ਦਾ ਬੇਟਾ ਕਮਾਲਾ, ਇਹਦੀ ਬੇਟੀ ਭਗਤ ਕਬੀਰ ਜੀ ਦੀ ਕਮਾਲੀ, ਸਾਰੇ ਹੈਰਾਨ ਨੇ ਵੀ ਕੋਈ ਪ੍ਰੋਗਰਾਮ ਘਰ ਦੇ ਵਿੱਚ ਪਤੀ ਨਹੀਂ ਹੈ, ਵੀ ਅੱਜ ਕੀ ਪ੍ਰੋਗਰਾਮ ਆ। ਗੱਡਿਆਂ ਦੇ ਗੱਡੇ ਭਰੇ ਆ ਰਹੇ ਨੇ ਰਸਤਾਂ ਦੇ। ਤਾਂ ਗੁਰਮੁਖ ਪਿਆਰਿਓ, ਭਗਤ ਕਬੀਰ ਜੀ ਝਾੜੀਆਂ ਦੇ ਵਿੱਚ ਬੈਠੇ ਹੀ ਅਰਦਾਸ ਸਿਮਰਨ ਕਰ ਰਹੇ ਨੇ। ਬਿਰਤੀ ਜੁੜ ਗਈ ਪਰਮੇਸ਼ਰ ਦੇ ਨਾਲ, ਕਾਲ ਪੁਰਖ ਦੇ ਨਾਲ। ਤਾਂ ਗੁਰਮੁਖ ਪਿਆਰਿਓ, ਇਧਰੋਂ ਪਰਮੇਸ਼ਰ ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਆਏ। ਉਹ ਕਹਿਣ ਲੱਗੇ ਸੰਗਤਾਂ ਨੂੰ, ਬੈਠੋ ਭਾਈ, ਬਸ ਥੋੜਾ ਜਿਹਾ ਸਮਾਂ ਲੱਗੇਗਾ, ਸਾਰੇ ਭੰਡਾਰਾ ਸਕਾਵਾਂਗੇ, ਬੈਠੋ ਆਰਾਮ ਨਾਲ। ਬਸ ਚੱਲ ਪਿਆ ਕੰਮ ਜੀ। ਥੋੜੇ ਸਮਿਆਂ ਦੇ ਵਿੱਚ ਹੀ ਭੰਡਾਰਾ ਤਿਆਰ ਹੋ ਗਿਆ, ਲੰਗਰ ਪਾਣੀ ਤਿਆਰ ਹੋ ਗਿਆ। ਸਾਰਿਆਂ ਨੂੰ ਸਿਉਨੇ ਦੇ ਬਰਤਨਾਂ ਦੇ ਵਿੱਚ ਲੰਗਰ ਛਕਾਇਆ। ਸਿਉਨੇ ਦੇ ਬਰਤਨਾਂ ਦੇ ਵਿੱਚ ਥਾਲ ਵੀ ਸਿਉਨੇ ਦੇ, ਚਮਚੇ ਵੀ ਸਿਉਨੇ ਦੇ, ਗਲਾਸ ਵੀ ਸਿਉਨੇ ਦੇ। ਤਾਂ ਗੁਰਮੁਖ ਪਿਆਰਿਓ, ਸਾਰਿਆਂ ਨੂੰ ਬਰਤਨ ਪਰੋਸੇ ਗਏ, ਭੰਡਾਰਾ ਛਕਾਇਆ ਗਿਆ ਤੇ ਦੋ ਦੋ ਮੋਹਰਾਂ ਦਿੱਤੀਆਂ ਗਈਆਂ ਸਾਰਿਆਂ ਨੂੰ, ਜਿੰਨੇ ਵੀ ਲੰਗਰ ਛਕਣ ਵਾਲੇ ਸੀ। ਸਿਉਨੇ ਦੀਆਂ ਦੋ ਦੋ ਮੋਹਰਾਂ। ਤੇ ਜਾਂਦੇ ਜਾਂਦੇ ਜਦੋਂ ਜਾਣ ਲੱਗੇ, ਜੋ ਭਗਤ ਕਬੀਰ ਦੇ ਰੂਪ ਦੇ ਵਿੱਚ ਪਰਮੇਸ਼ਰ ਆਇਆ, ਪਰਮੇਸ਼ਰ ਕਹਿਣ ਲੱਗਾ, ਉਹ ਭਾਈ ਆ ਬਰਤਨ ਵੀ ਆਪਣੇ ਆਪਣੇ ਨਾਲੇ ਲੈ ਜਾਓ, ਆਖੋ ਸਤਨਾਮ। ਸਾਰੇ ਖੁਸ਼ ਹੋ ਗਏ, ਬੜੇ ਪ੍ਰਸੰਨ ਹੋ ਗਏ, ਵੀ ਹੈਰਾਨੀ ਦੀ ਗੱਲ ਹੋ ਗਈ। ਹੁਣ ਨਿੰਦਕ ਸੀ ਜਿਹੜੇ, ਉਹ ਦੇਖਦੇ ਸੀ ਵੀ ਭਗਤ ਕਬੀਰ ਦੀ ਨਿੰਦਿਆ ਕਰਨਗੇ ਲੋਕੀ, ਜਦੋਂ ਭੁੱਖਣ ਭਾਣੇ ਮੁੜਨਗੇ। ਉਹ ਦੇਖ ਰਹੇ ਸੀ ਜਦੋਂ ਵੀ ਮੁੜ ਕੇ ਆਣਗੇ ਫਿਰ ਦੇਖਾਂਗੇ ਕਿੰਨਾ ਕੁ ਜਸ ਕਰਨਗੇ। ਗਾਲਾਂ ਕੱਢਦੇ ਆਉਣਗੇ, ਕਹਿੰਦੇ ਨਰਾਦਰੀ ਕਰਦੇ ਆਣਗੇ। ਜਦੋਂ ਲੰਗਰ ਪਾਣੀ ਭੰਡਾਰਾ ਛਕ ਕੇ ਆ ਰਹੇ ਨੇ, ਭਗਤ ਕਬੀਰ ਜੀ ਉੱਥੇ ਬੈਠੇ ਨੇ। ਧੰਨ ਕਬੀਰ ਜੀ, ਧੰਨ ਕਬੀਰ ਜੀ ਗੱਲਾਂ ਕਰਦੇ ਹੋ। ਦੇਖੋ ਕਹਿੰਦੇ ਕਬੀਰ ਜੀ ਨੇ ਦੋ ਦੋ ਮੋਹਰਾਂ ਵੀ ਦਿੱਤੀਆਂ ਨੇ। ਆ ਸਿਉਨੇ ਦੇ ਬਰਤਨ, ਥਾਲ, ਗਲਾਸ, ਕੌਲੀਆਂ ਨਾਲੇ ਚਕਾ ਦਿੱਤੇ ਬਰਤਨ ਸਾਰੇ।
ਧੰਨ ਕਬੀਰ ਜੀ, ਧੰਨ ਕਬੀਰ ਜੀ, ਧੰਨ ਕਬੀਰ ਜੀ ਹੋ ਰਹੀ ਆ। ਬਸ ਫਿਰ ਗੁਰਮੁਖ ਪਿਆਰਿਓ ਭਗਤ ਕਬੀਰ ਜੀ ਸਮਝ ਗਏ ਵੀ ਤਾਂ ਪਰਮੇਸ਼ਰ ਨੇ ਕਿਰਪਾ ਕਰ ਦਿੱਤੀ, ਤਾਂ ਇਹ ਤਾਂ ਅਰਦਾਸ ਪ੍ਰਵਾਨ ਹੋ ਗਈ। ਉਹ ਭਗਵਾਨ ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਇਸ ਤਰ੍ਹਾਂ ਗੁਰਮੁਖ ਪਿਆਰਿਓ ਆਪਣੇ ਭਗਤਾਂ ਦੀ, ਪਿਆਰਿਆਂ ਦੀ ਉਹ ਵਾਹਿਗੁਰੂ ਪਰਮੇਸ਼ਰ ਰੱਖਿਆ ਕਰਦਾ ਆਇਆ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਜੁਗਾ ਜਗੰਤਰਾਂ ਤੋਂ ਆਪਣੇ ਭਗਤਾਂ ਪਿਆਰਿਆਂ ਦੀ ਪੈਜ ਰੱਖਦਾ ਆਇਆ, ਅੱਜ ਵੀ ਰੱਖਦਾ ਹੈ। ਅੱਜ ਵੀ ਆਪਣੇ ਭਗਤਾਂ ਪਿਆਰਿਆਂ ਦੀ ਪੈਜ ਰੱਖਦਾ ਤੇ ਨਾਮ ਜਪਾਉਂਦਾ ਹੈ। ਸਾਰੇ ਜਿਹੜੇ ਨਿੰਦਕ ਸੀ ਉਹ ਸਾਰੇ ਦੇਖ ਕੇ ਹੈਰਾਨ ਹੋ ਗਏ ਵੀ ਬਣਾਇਆ ਕੀ ਸੀ, ਆ ਬਣ ਕੀ ਗਿਆ। ਇਹ ਤਾਂ ਹੁਣ 10 ਗੁਣਾ ਹੋਰ ਭਗਤ ਕਬੀਰ ਦੀ ਵਡਿਆਈ ਵੱਧ ਗਈ ਹੈ। ਨਿੰਦਕਾਂ ਨੂੰ ਮੂੰਹ ਦੀਆਂ ਖਾਣੀਆਂ ਪਈਆਂ। ਤਾਂ ਗੁਰਮੁਖ ਪਿਆਰਿਓ ਭਗਤਾਂ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ। ਐਵੇਂ ਨਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਬਰਾਬਰ ਗੁਰਬਾਣੀ ਲਿਖੀ ਭਗਤਾਂ ਦੀ। ਭਗਤਾਂ ਦੀ ਬਾਣੀ ਐਵੇਂ ਨਹੀਂ ਲਿਖ ਦਿੱਤੀ ਹੈ। ਉਸ ਸਮੇਂ ਜਦੋਂ ਗੁਰਬਾਣੀ ਉਚਾਰਨ ਕੀਤੀ ਸੀ ਨਾ, ਭਗਤਾਂ ਨੂੰ ਬੁਲਾਇਆ ਗਿਆ ਸੀ। ਮੇਰੇ ਵਰਗੇ ਬੜੇ ਹੋਰ ਵੀ ਬੜੇ ਆਏ ਸੀ। ਫਿਰ ਜਿਤਨੀ ਵੀ ਗੁਰੂਆਂ ਦੀ ਬਾਣੀ ਸੀ ਤੇ ਜਿਤਨੀ ਵੀ ਗੁਰੂ ਸਾਹਿਬਾਨਾਂ ਦੀ ਬਾਣੀ ਸੀ, ਉਹਨਾਂ ਦੇ ਨਾਲ, ਪੋਥੀਆਂ ਦੇ ਨਾਲ ਇਹ ਬਾਣੀ ਮਿਲਾ ਕੇ ਦੇਖੀ ਵੀ ਮੈਚਿੰਗ ਕਰਦੀ ਆ। ਜਿਨ੍ਹਾਂ ਜਿਨ੍ਹਾਂ ਦੀ ਬਾਣੀ ਦੇ ਸ਼ਬਦ ਤੁਰਕੀ ਬਾਣੀ ਦੇ ਨਾਲ ਮੈਚਿੰਗ ਕੀਤੇ, ਉਹਨਾਂ ਨੂੰ ਫਿਰ ਸਿਲੈਕਟ ਕਰ ਲਿਆ, ਬਾਕੀ ਨੂੰ ਰਿਜੈਕਟ ਕਰ ਦਿੱਤਾ। ਉਸ ਸਮੇਂ ਕਈ ਨਾਰਾਜ਼ ਹੋ ਕੇ ਵੀ ਵਾਗੇ ਸੀ, ਆਖੋ ਸਤਿਨਾਮ। ਕਈ ਇੱਥੋਂ ਤੱਕ ਵੀ ਕਹਿ ਗਏ ਸੀ ਮਹਾਰਾਜ ਨੂੰ, ਜਿਹੜੇ ਆਪਣੇ ਆਪ ਨੂੰ ਸਮਝਦੇ ਸੀ, ਕਹਿੰਦੇ ਅਸੀਂ ਹੁਣ ਤੁਹਾਨੂੰ ਸਰਾਪ ਦੇਵਾਂਗੇ। ਮਹਾਰਾਜ ਜੀ ਕਹਿੰਦੇ ਚਲਦੇ ਵੜੋ, ਤੁਹਾਡੇ ਸਰਾਪ ਦੀ ਸਾਨੂੰ ਕੋਈ ਪਰਵਾਹ ਨਹੀਂ ਹੈ। ਸਾਡਾ ਰਾਖਾ ਅਕਾਲ ਪੁਰਖ ਹੈ। ਉਸ ਸਮੇਂ ਬੜੇ ਇਸ ਤਰ੍ਹਾਂ ਦੇ ਨਾਰਾਜ਼ ਹੋ ਕੇ ਚਲੇ ਗਏ ਸੀ ਗੁਰੂ ਅਰਜਨ ਦੇਵ ਮਹਾਰਾਜ। ਇਹ ਗੁਰਬਾਣੀ ਤੁਰਕੀ ਬਾਣੀ ਹੈ। आओ अगे सुनिए। विचार चल रही सी, जब हम एको एक कर जानिया तब लोगे काहे दुख मनिया। जब मैं केवल एक प्रभु नूं ही सियाणदा हां, एक प्रभु नूं ही मनदा, तां लोकां नूं क्यों तकलीफ महसूस हुंदी आ। हम अपत है अपनी पत खोए, हमरा खोज परो मत कोई रहाओ। मैं बेइज्जत हाँ, मैं अपनी इज्जत गवा ली है। मेरे पीछे हर गज कोई ना लगे। भगत कबीर जी, जे तुसी कहने हो मैं बेइज्जत हाँ, मैं अपनी इज्जत गवा लई, मेरे पीछे कहंदे कदे कोई भी ना लगे। रहाओ अगे सुनो। हम मंदे मंदे मन माए, सांझ पात काहू स्यों नाही। भगत कबीर जी कहते मैं बुरा हाँ अते चित विचों भी बुरा हाँ, मेरी किसे नाल भाईवाल नहीं है। इज्जत ते बेइज्जत दी मैनू कोई शर्म नहीं है। अगे फरमान करते ने, तब जानेंगे जब उगरोगे पाज। पर भगत कबीर जी कहते पर तुहानू उदों पता लगू
ਜਦ ਤੁਹਾਡੇ ਪਰਦੇ ਫਾਸ ਹੋਣਗੇ, ਜਦੋਂ ਤੁਹਾਡੇ ਪਾਪ ਉਗੜ ਕੇ ਬਾਹਰ ਆਉਣਗੇ, ਭਗਤ ਕਬੀਰ ਜੀ ਕਹਿੰਦੇ ਪਤਾ ਤੁਹਾਨੂੰ ਉਦੋਂ ਲੱਗੂਗਾ। ਕਹਿ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਕੇਵਲ ਭਜ ਨਾਮ। ਕਬੀਰ ਜੀ ਆਖਦੇ ਹਨ, ਕਹਿੰਦੇ ਇੱਜ਼ਤ ਉਹੀ ਹੈ ਜਿਸ ਨੂੰ ਵਾਹਿਗੁਰੂ ਕਬੂਲ ਕਰਦਾ। ਜਿਸ ਨੂੰ ਵਾਹਿਗੁਰੂ ਪਰਮੇਸ਼ਰ ਕਬੂਲ ਕਰਦਾ ਹੈ ਉਹੀ ਇੱਜ਼ਤ ਹੈ। ਲੋਕਾਂ ਦੀ ਇੱਜ਼ਤ ਦਾ ਨਹੀਂ ਗੱਲ ਬਣਦੀ। ਲੋਕ ਇੱਜ਼ਤ ਕਰਦੇ ਨੇ, ਉਸੇ ਮੂੰਹ ਦੇ ਨਾਲ ਫਿਰ ਨਿੰਦਿਆ ਵੀ ਕਰਦੇ ਨੇ। ਆਖੋ ਸਤਨਾਮ। ਆ ਦੇਖਦੇ ਆ ਨਾ, ਜਿਹੜੇ ਹੁਣ ਦੋ ਨੌਜਵਾਨ ਦੋ ਤਿੰਨ ਸੇਵਾ ਕਰਦੇ ਨੇ, ਜਿਵੇਂ ਗੋਲਡੀ ਪੀਵੀ ਤੁਸੀਂ ਸੁਣਦੇ ਹੋ, ਇੱਕੋ ਹੋਰ ਆ ਪਨੀਤ, ਕਿੰਨੀ ਲੋਕਾਂ ਦੀ ਇਹਨਾਂ ਨੇ ਸੇਵਾ ਕੀਤੀ ਆ। ਬਾਹਰੋਂ ਸੰਗਤਾਂ ਪੈਸੇ ਭੇਜਦੀਆਂ ਨੇ, ਲੋਕਾਂ ਨੇ ਬੜੀਆਂ ਕੁੜੀਆਂ ਦੇ ਵਿਚਾਰਿਆਂ ਨੇ ਵਿਆਹ ਕਰੇ ਨੇ, ਨਾਲੇ ਸਰਕਾਰੀ ਨੌਕਰੀ, ਰਾਤ ਨੂੰ ਸਰਕਾਰੀ ਨੌਕਰੀ ਕਰਦੇ ਨੇ ਤੇ ਦਿਨੇ ਆਪਣਾ ਅਲੋਕ ਭਲਾਈ ਦਾ ਕੰਮ ਕਰਦੇ ਨੇ। ਕਿੰਨਿਆਂ ਨੂੰ ਘਰ ਬਣਾ ਕੇ ਦੇ ਦਿੱਤੇ, ਤਕਰੀਬਨ ਕੱਲੇ ਕੱਲੇ ਨੇ 50-60 ਘਰ ਬਣਾ ਕੇ ਦਿੱਤੇ। ਕਮਰੇ, ਲੈਟਰਿਨ, ਬਾਥਰੂਮ, ਰਸੋਈ, ਮੋਟਰ ਲਵਾ ਕੇ, ਹੋਰ ਕੁੜੀਆਂ ਦੇ ਕਾਰਜ ਕਰੇ, ਘਰਾਂ ਦੀਆਂ ਮਹੂਰਤਾਂ, ਕਿੰਨੇ ਕਾਰਜ, ਕੁਛ ਨੂੰ ਦਵਾਈ ਬੂਟੀ, ਕਿੰਨੀ ਉਹਨਾਂ ਦੀ ਉਸਤਤ ਹੋਈ, ਲੋਕਾਂ ਨੇ ਕਿੰਨੀ ਉਸਤਤ ਕੀਤੀ। ਤਾਂ ਗੁਰਮੁਖ ਪਿਆਰਾ ਅੱਜ ਉਸੇ ਮੂੰਹ ਨਾਲ ਲੋਕੀ ਲੈ ਨਿੰਦਿਆ ਕਰਨ ਲੱਗ ਪਏ। ਇਸ ਕਰਕੇ ਜਿਹਨੂੰ ਵਾਹਿਗੁਰੂ ਪਰਮੇਸ਼ਰ ਕਬੂਲ ਕਰ ਲੈਂਦਾ ਨਾ, ਉਹੀ ਨੇਪਰੇ ਚੜਦਾ ਹੈ। ਹੋਰ ਸਾਰਾ ਕੁਝ ਛੱਡ ਦੇ ਅਤੇ ਸਿਰਫ ਸਰਬ ਵਿਆਪਕ ਸੁਆਮੀ ਦਾ ਸਿਮਰਨ ਕਰ। ਲੋਕਾਂ ਦੀ ਉਪਮਾ, ਨਿੰਦਿਆ, ਸਭ ਕੁਝ ਤਿਆਗ ਦੇ, ਇੱਕ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ। ਅੱਗੇ ਸੁਣੋ। ਗੌੜੀ ਕਬੀਰ ਜੀ, ਭਗਤ ਕਬੀਰ ਜੀ ਗੌੜੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ, ਨੰਗਨ ਫਿਰਤ ਜੋ ਪਾਇਓ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਭਗਤ ਕਬੀਰ ਜੀ ਕਹਿੰਦੇ ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ, ਤੁਸੀਂ ਦੇਖਿਆ ਹੋਣਾ ਵੀ ਜਿਹੜੇ ਨੰਗਨ ਫਿਰਦੇ ਨੇ ਉਹਨਾਂ ਬਾਰੇ ਭਗਤ ਕਬੀਰ ਜੀ ਕਹਿੰਦੇ, ਜਿਹੜੇ ਆ ਸੜਕਾਂ ਦੇ ਉੱਤੇ ਦੇਖਿਆ ਵੀ ਸਵਾਹ ਮਲੀ ਹੋਈ ਪਿੰਡੇ ਨੂੰ ਜੱਟਾਂ ਰੱਖੀਆਂ ਹੋਈਆਂ, ਤਨ ਦੇ ਉੱਤੇ ਕੋਈ ਕੱਪੜਾ ਨਹੀਂ ਹੈ। ਜੇਕਰ ਨੰਗੇ ਫਿਰਨ ਦੁਆਰਾ ਹਰੀ ਨਾਲ ਮਿਲਾਪ ਹੁੰਦਾ ਹੋਵੇ ਤਾਂ ਜੰਗਲਾਂ ਦੇ ਸਾਰੇ ਹਰਨ, ਜਾਨਵਰ ਮੁਕਤ ਹੋ ਜਾਣ। ਆਖੋ ਸਤਨਾਮ। ਫਿਰ ਉਹ ਸਾਰੇ ਮੁਕਤ ਹੋ ਜਾਣ। ਇਹਨੂੰ ਮਹਾਰਾਜ ਜੀ ਨੇ ਪਖੰਡ ਦੱਸਿਆ ਵੀ ਜਿਹੜੇ ਨੰਗੇ ਫਿਰਦੇ ਨੇ ਜੱਟਾਂ ਰੱਖ ਕੇ। ਮੇਰੇ ਗੱਲ ਯਾਦ ਆ ਗਈ, ਇੱਕ ਨੰਗਨ ਜਟਾਂ ਰੱਖੀਆਂ ਹੋਈਆਂ ਬੜੀਆਂ ਸਾਰੀਆਂ, ਤੇ ਉਹ ਚਿੱਪੀ ਜਿਹੀ ਹੱਥ 'ਚ ਫੜੀ ਹੋਈ, ਅੱਗੋਂ ਗੁਰਮੁਖ ਪਿਆਰਿਓ ਸਾਰਾ ਸਰੀਰ ਨੰਗਣਾ, ਸਵਾਹ ਮਲੀ ਹੋਈ। ਗੁਰੂ ਕੇ ਸਿੱਖਾਂ ਨੇ, ਸਿੰਘਾਂ ਨੇ ਉਹਨੂੰ ਰੋਡ ਦੇ ਉੱਤੇ ਘੇਰ ਲਿਆ। ਰੋਡ ਦੇ ਉੱਤੇ ਸਿਰਿਆਮ ਨੰਗਣ, ਉਹਨੂੰ ਬੁਲਾਇਆ, ਸਾਈਡ ਤੇ ਕਰਿਆ। ਉਹ ਕਹਿੰਦੇ ਉਹ ਆ ਕੀ ਕਰੀ ਫਿਰਦਾ ਤੂੰ, ਨੰਗਨ ਫਿਰਦਾ? ਕਹਿੰਦਾ ਹਮ ਜੀ शिव जी के उपासक ਹਾਂ ਸੇਵਕਾਂ। ਉੱਪਰ ਬੋਰਡ ਲੱਗਿਆ ਸੀ शिव जी ਦੇ ਰੋਡ ਦੇ ਸਾਈਡ ਦੇ ਉੱਤੇ। ਉਹ ਕਹਿੰਦੇ ਜੇ शिव जी ਦਾ ਚੇਲਾ ਤਾਂ शिव जी ਭਗਵਾਨ ਕਣੀ ਦੇਖਦਾ ਸੀ, ਉਹ ਨੰਗਨ ਫਿਰਦੇ ਨੇ।
ठीक ने, जटा रखी ने, सवाल लाई है, कोई गल नहीं, पर नजर मार जदों उहदे लवे जे लाया मूँह ਸਿੰਘਾਂ ने शराब दा मुस्क मारे, बदबू मारे। जब सडियां ਸਿੰਘਾਂ ने 4-5 सिर च थापड़े आए, धूड़ उठी जिवें घोड़ा भज्जिया, घोड़ा भज्जिया उहदा उहदा। जदों छिप्पी जी देखी ਉਹਦੇ ਵਿੱਚ पतंदरा अधीआ छिप्पी च रखी बैठा, चंगी धौड़ी लाई, कहंदे पा कपड़ा तेड़ दे विच, तैनूं शर्म नहीं आंदी। इस तरह के भगत कबीर जी इस तरह बारे लोगों बारे कह रहे ने भी जे आए मुक्त हुंदे हुंदे तां फिर जंगलों दे सारे हरण जीव सारे मुक्त हो जाते। अगे सुनो क्या कहते ने, क्या नांगे क्या बांधे चाम, जब नहीं चीन से आत्म राम। की होया जेकर आदमी नंगा फिरदा है जा हरण दी खल पाउंदा है, जद ओह अपने मन अंदर व्यापक स्वामी नूं याद ही नहीं करदा। की फायदा नंगन फिरन दा, सुआह मलण दा, की फायदा जदों अपने अंदर वाहिगुरू परमेश्वर नूं याद ही नहीं करना। यही गल बाणी दी आउंदी आ, जो बाणा पाया होया शरीर दे उत्ते बाणा धारण करके जे गुरबाणी ना पढ़ी, सिमरन ना कीता, जप तप ना कीता, फिर बाणा पाउण दा भी की फायदा है। आखो सतनाम। बड़े देखे भी बाणा भी पाया होया, पर जिहड़े उन्हां दे कर्म ने मनमुखां वाले ने, उन्हां बारे बाबत मर दी बाणी कहंदी, भेख दिखायो जगत को लोकन को वसकीन, अंत काल काती कटियो बास नरक मों लीन। कहंदे जिहड़े फिर आए पेश दिखा के ना लोकां नूं लुटदे ने, उन्हां दा वासा नरकां दे विच हुंदा है। आखो सतनाम। अगे सुनो की कहंदे ने भगत जी, मूंड मंडाए जो सिद्ध पाए, मुक्ति भेद ना गईया काई। जेकर सिर मनाउण द्वारा पूर्णता मिल जाती तां भेड लई तां कल्याण किधरे नहीं सी गई। जे आए मुक्ति मिलती हुंदी सिर मनाउण दे नाल, बाल मनाउण दे नाल, फिर तां भेडां भी मुक्त हो जांदियां। थोड़े चिर बाद भेडां दे सारी लूं तारी जांदी है। अगे सुनो की कहंदे ने, बिंद राख जो तरीए भाई, खुसरै क्यों ना परमगत पाए। भगत कबीर जी कहंदे जेकर जत नाल बंदा पार उतर जांदा होवे, हे भरावा, तां फिर हीजड़े क्यों ना महान मर्तबा प्राप्त कर लैण। अगे सुनो, कह कबीर सुनो नर भाई, राम ना बिन किन गत पाए। भगत कबीर जी आखदे हन, कहंदे सुनो हे मेरे इंसान भरावो, स्वामी दे नाम बगैर कदों किसने मुक्ति पाईया। परमेश्वर दे नाम दे बगैर कदों किसी ने मुक्ति पाई है। कहंदे दसो मैनू। नाम तो बिना मुक्ति नहीं हो सकती। दुनिया जाती है ना, आप देखते हैं, पता नहीं की कहते हैं, कपोआ पता नहीं, दुनिया जाती है, कहते पुछते हैं कित्थे जाने हो, कहते साडे वड्डियां वडेरियां दी मुक्ति कराण जाने आ। पर गुरु ने तो साडे नूं पुछ लो भी मुक्ति होती किवें आ। जिन्हों असीं अपना गुरु मनदे नमस्कार करदे आ,
ਉਹਨੂੰ ਤਾਂ ਪੁੱਛ ਲਓ ਵੀ ਮੁਕਤੀ ਹੁੰਦੀ ਕਿਵੇਂ ਆ, ਕਿਵੇਂ ਬੰਦਾ ਮੁਕਤ ਹੁੰਦਾ। ਮਹਾਰਾਜ ਜੀ ਕਹਿੰਦੇ ਭਾਈ ਨਾਮ ਤੋਂ ਬਗੈਰ ਮੁਕਤੀ ਹੋਏ ਨਹੀਂ ਸਕਦੀ। ਗੁਰਬਾਣੀ ਨੇ, ਨਾਮ ਨੇ ਸਾਡੀ ਮੁਕਤੀ ਕਰਨੀ ਆ। ਮੁਕਤੀ ਵੀ ਜਿਉਂਦੇ ਜੀ ਹੀ ਮੁਕਤ ਕਰ ਦਿੰਦੇ ਨੇ। ਸਤਿਗੁਰੂ ਜੀ ਆਖੋ ਸਤਿਨਾਮ। ਜਿਉਂਦੇ ਜੀ ਮੁਕਤ ਕਰ ਦਿੰਦੇ ਨੇ। ਰਾਮ ਨਾਮ ਬਿਨ ਕਿਨ ਗਤ ਪਾਈ। ਦੱਸੋ ਕਹਿੰਦੇ ਰਾਮ ਨਾਮ ਦੇ ਬਗੈਰ ਕਿੰਨਾ ਨੇ ਗਤ ਪਾਈ ਆ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸਨਾਨ ਕਰਾਏ, ਜਿਉ ਪੈ ਦਾਦਰ ਪਾਨੀ ਮਾਹੀ। ਭਗਤ ਕਬੀਰ ਜੀ ਕਹਿੰਦੇ ਜੋ ਅੰਮ੍ਰਿਤ ਵੇਲੇ ਅਤੇ ਸਵੇਰੇ, ਵਾਹਿਗੁਰੂ, ਜੋ ਲੌਡੇ ਵੇਲੇ ਸੰਧਿਆ, ਸੰਧਿਆ ਦਾ ਮਤਲਬ ਸ਼ਾਮ, ਜੋ ਸ਼ਾਮ ਵੇਲੇ ਅਤੇ ਸਵੇਰੇ ਇਸ਼ਨਾਨ ਕਰਦੇ ਹਨ, ਮਹਾਰਾਜ ਜੀ ਕਹਿੰਦੇ ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ। ਹੁਣ ਤੁਸੀਂ ਇਹ ਨਾ ਕਹੋ ਵੀ ਗੁਰਬਾਣੀ ਜੀ ਕਹਿੰਦੇ ਇਸ਼ਨਾਨ ਕਰਨ ਦਾ, ਸ਼ਾਮ ਸਵੇਰੇ ਇਸ਼ਨਾਨ ਕਰਦੇ ਨੇ, ਵੀ ਉਹ ਡੱਡੂਆਂ ਦੀ ਨਿਆਈ ਨੇ। ਤਾਂ ਡੱਡੂਆਂ ਦੀ ਨਿਆਈ ਨੇ ਜੇ ਨਾਮ ਨਹੀਂ ਜਪਦੇ ਤਾਂ। ਮੰਨ ਲਓ ਵੀ ਹੁਣ ਤੜਕੀ ਉੱਠ ਖੜੇ, ਇਸ਼ਨਾਨ ਪਾਣੀ ਕਰ ਲਿਆ, ਸ਼ਾਮ ਨੂੰ ਇਸ਼ਨਾਨ ਪਾਣੀ ਕਰ ਲਿਆ, ਕਿਤੇ ਇਹ ਨਾ ਕਹੋ ਵੀ ਸਵੇਰੇ ਵੀ ਇਸ਼ਨਾਨ ਕਰਦੇ ਆ, ਸ਼ਾਮ ਨੂੰ ਵੀ ਇਸ਼ਨਾਨ ਕਰਦੇ ਆ, ਮੁਕਤੀ ਹੋ ਜੂਗੀ। ਮਹਾਰਾਜ ਜੀ ਕਹਿੰਦੇ ਉਹ ਤਾਂ ਫਿਰ ਡੱਡੂਆਂ ਵਾਂਗੂ ਨੇ, ਪਾਣੀ ਵਿਚਲੇ ਡੱਡੂਆਂ ਦੀ ਤਰ੍ਹਾਂ ਹਨ। ਜੋ ਪੈ ਰਾਮ ਨਾਮ ਰਤ ਨਾਹੀ, ਤੇ ਸਭ ਧਰਮ ਰਾਏ ਕੈ ਜਾਹੀ। ਜਦ ਬੰਦਿਆਂ ਦੀ ਸਾਹਿਬ ਦੇ ਨਾਮ ਨਾਲ ਪ੍ਰੀਤ ਨਹੀਂ ਹੈ, ਨਾਮ ਦੇ ਨਾਲ ਪ੍ਰੇਮ ਨਹੀਂ ਹੈ, ਜਿਨ੍ਹਾਂ ਦਾ ਨਾਮ ਨਾਲ ਪ੍ਰੇਮ ਉਹ ਤਾਂ ਫਿਰ ਜਪਦੇ ਨੇ, ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਜਪਦੇ ਨੇ, ਪ੍ਰੇਮ ਉਹਨਾਂ ਦਾ ਨਾਮ ਦੇ ਨਾਲ। ਭਗਤ ਕਬੀਰ ਜੀ ਕਹਿੰਦੇ ਉਹ ਸਾਰੇ ਆਪਣੇ ਅਮਲਾਂ ਦਾ ਹਿਸਾਬ ਦੇਣ ਲਈ ਧੰਮ ਰਾਜੇ ਕੋਲ ਜਾਣਗੇ। ਸਾਰੇ ਹਿਸਾਬ ਕਿਤਾਬ ਦੇਣ ਲਈ ਧਰਮ ਰਾਜੇ ਕੋਲ ਜਾਣਗੇ। ਪਰਮੇਸ਼ਰ ਦੇ ਅੱਗੇ ਧਰਮ ਰਾਜਾ ਬੈਠਾ। ਧਰਮ ਰਾਜੇ ਦੀ ਡਿਊਟੀ ਕਿਹਨੇ ਲਾਈ ਹੈ? ਪਰਮੇਸ਼ਰ ਨੇ। ਜਿਤਨੇ ਵੀ ਜਾਂਦੇ ਨੇ ਸਾਰੇ ਇੱਕ ਵਾਰੀ ਧਰਮ ਰਾਜੇ ਦੇ ਪੇਸ਼ ਹੁੰਦੇ ਨੇ। ਅੱਗੇ ਫਿਰ ਉਹਨਾਂ ਦੇ ਹਿਸਾਬ ਕਿਤਾਬ ਦੇਖਿਆ ਜਾਂਦਾ, ਲੇਖਾ ਜੋਖਾ। ਜੇ ਚੰਗੇ ਕਰਮ ਕੀਤੇ ਨੇ, ਸਤ ਸੰਗਤ ਕੀਤੀ ਹੈ, ਬਾਣੀ ਪੜ੍ਹਦੇ ਸੁਣਦੇ ਨੇ, ਜਪ ਤਪ ਕਰਦੇ ਨੇ, ਫਿਰ ਸੱਚਖੰਡ ਦਾ ਰਸਤਾ ਚਲੋ ਬਈ ਲੰਘ ਜਾਓ। ਜਿਨ੍ਹਾਂ ਦੇ ਨਹੀਂ ਕੀਤਾ ਹੁੰਦਾ ਉਹ ਫਿਰ ਦੂਸਰਾ ਰਸਤਾ ਨਰਕਾਂ ਦਾ, ਚਲੋ ਬਈ ਨਰਕਾਂ ਨੂੰ। ਧਰਮ ਰਾਜਾ ਹਿਸਾਬ ਕਿਤਾਬ ਦੇਖਦਾ ਹੈ। ਦੁਬਾਰਾ ਫਿਰ ਸੁਣੀਏ ਪੰਗਤੀ, ਤੇ ਸਭ ਧਰਮ ਰਾਏ ਕੈ ਜਾਹੀ। ਕਹਿੰਦੇ ਇੱਕ ਵਾਰੀ ਸਾਰਿਆਂ ਨੂੰ ਧਰਮ ਰਾਜ ਦੇ ਪੇਸ਼ ਹੋਣਾ ਪੈਂਦਾ, ਅੱਗੋਂ ਫਿਰ ਉੱਥੇ ਹਿਸਾਬ ਕਿਤਾਬ ਦੇਖਿਆ ਜਾਂਦਾ ਹੈ। ਅੱਗੇ ਸੁਣੋ ਕੀ ਕਹਿੰਦੇ ਨੇ। ਕਾਇਆ ਰਤ ਬਹੁ ਰੂਪ ਰਚਾਹੀ, ਤਿਨ ਕੋ ਦਇਆ ਸੁਪਨੇ ਪੀ ਨਾਹੀ। ਜਿਹੜੇ ਆਪਣੀਆਂ ਦੇਹਾਂ ਨੂੰ ਪਿਆਰ ਕਰਦੇ ਨੇ, ਆਪਣੇ ਸਰੀਰਾਂ ਨੂੰ ਪਿਆਰ ਕਰਦੇ ਨੇ ਜਿਹੜੇ, ਅਤੇ ਅਨੇਕਾਂ ਸਰੂਪ ਧਾਰਦੇ ਹਨ, ਉਹ ਆਪਣੇ ਸੁਪਨੇ ਵਿੱਚ ਵੀ, ਆਪਣੇ ਸੁਪਨੇ ਵਿੱਚ ਵੀ ਦਇਆ ਮਹਿਸੂਸ ਨਹੀਂ ਕਰਦੇ। ਤਿਨ ਕੋ ਦਇਆ ਸੁਪਨੇ ਪੀ ਨਾਹੀ। ਉਹਨਾਂ ਦੇ ਨੇੜੇ ਸੁਪਨੇ ਦੇ ਵਿੱਚ ਵੀ ਦਇਆ ਨਹੀਂ ਆਉਂਦੀ।
ਚਾਰ ਚਰਨ ਕਹੇ ਬਹੁ ਆਗਰ, ਸਾਧੂ ਸੁਖ ਪਾਵੇ ਕਲ ਸਾਗਰ। ਅਨੇਕਾਂ ਸਿਆਣੇ ਬੰਦੇ ਆਖਦੇ ਹਨ ਕਿ ਐਸੇ ਪੁਰਸ਼ ਚਹੁੰ ਪੈਰ ਵਾਲੇ ਹੈਵਾਨ ਹਨ, ਪਰ ਸੰਤ ਬਖੇੜੇ ਦੇ ਸਮੁੰਦਰ ਵਿੱਚ ਆਰਾਮ ਪਾਉਂਦੇ ਨੇ। ਸਾਧੂ ਸੁਖ ਪਾਵੇ ਕਲ ਸਾਗਰ। ਉਹ ਸੰਸਾਰ ਦੇ ਵਿੱਚ ਵੀ ਸਾਧੂ ਰਹਿੰਦੇ ਹੋਏ ਸੁਖ ਪਾਉਂਦੇ ਨੇ। ਆਖੋ ਸਤਨਾਮ। ਕਹੇ ਕਬੀਰ ਬਹੁ ਕਾਇ ਕਰੀਜੈ, ਸਰਬਸ ਸੋਡ ਮਹਾਰਸ ਪੀਜੈ। ਕਬੀਰ ਜੀ ਫਰਮਾਨ ਕਰਦੇ ਹਨ, ਆਪਾਂ ਇੰਨੇ ਬਹੁਤੇ ਸੰਸਕਾਰ ਕਿਉਂ ਕਰੀਏ, ਹੋਰ ਸਾਰਾ ਕੁਝ ਤਿਆਗ ਕੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰੀਏ। ਭਗਤ ਕਬੀਰ ਜੀ ਕਹਿੰਦੇ ਹੋਰ ਸਾਰਾ ਕੁਝ ਛੱਡ ਦਈਏ, ਭਾਵ ਕਿ ਵਹਿਮਾਂ ਭਰਮਾਂ ਦੇ ਵਿੱਚ, ਸੰਸ਼ਿਆਂ ਸ਼ੰਕਿਆਂ ਦੇ ਵਿੱਚ ਪੈਣਾ ਛੱਡ ਦਈਏ, ਹੋਰ ਸਾਰਾ ਕੁਝ ਤਿਆਗ ਦੇ ਕੇਵਲ ਨਾਮ ਦੇ ਪਰਮ ਅੰਮ੍ਰਿਤ ਨੂੰ ਪਾਨ ਕਰ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ, ਗੁਰਬਾਣੀ ਪੜ੍ਹ, ਤੇਰਾ ਪਾਰ ਉਤਾਰਾ ਹੋ ਜਾਣਾ ਹੈ। ਗੌੜੀ ਕਬੀਰ ਜੀ। ਆਓ ਅੱਗੇ ਸ਼ਬਦ ਸ਼ੁਰੂ ਹੋਏਗਾ, ਇਹ ਕਰਾਂਗੇ ਵਿਚਾਰ। ਸਮੇਂ ਦੇ ਨਹੀਂ ਮੈਨੂੰ ਪਤਾ ਲੱਗਦਾ ਵੀ ਕਦੋਂ ਹੋ ਜਾਂਦਾ। ਲੈ 5:57 ਹੋ ਗਏ। ਸੋ ਆਓ ਬਾਕੀ ਵਿਚਾਰਾਂ ਕਰਾਂਗੇ ਕੱਲ ਨੂੰ। ਕੀ ਕਹਿੰਦੇ ਨੇ ਅਗਲੇ ਸ਼ਬਦ 'ਚ ਗੌੜੀ ਕਬੀਰ ਜੀ? ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਕਿਆ ਜਪ ਕਿਆ ਤਪ ਕਿਆ ਵਰਤ ਪੂਜਾ, ਜਾ ਕੈ ਹਿਰਦੈ ਭਾਉ ਹੈ ਦੂਜਾ। ਇਹ ਵਿਚਾਰਾਂ ਕਰਾਂਗੇ ਆਪਾਂ ਕੱਲ ਨੂੰ। ਗੁਰਬਾਣੀ ਪੜ੍ਹਦੇ ਸੁਣਦੇ ਕੋਲੋਂ, ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਬਖਸ਼ਣਹਾਰ ਹਨ, ਅੱਗੋਂ ਵਾਤੇ ਸਿਰ ਤੇ ਮੇਰਾ ਬਰਤ ਰੱਖ ਕੇ ਸੁਧ ਸਪਸ਼ਟ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਕਥਾ ਕੀਰਤਨ ਕਰਨ ਦੀ ਸੋਝੀ ਆ ਜਾਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕਰਕੇ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕੀਤੀਆਂ। ਜੀ ਆਇਆਂ, ਧੰਨਵਾਦ। ਜੋ ਫੇਸਬੁੱਕ ਦੇ ਉੱਪਰ, YouTube ਦੇ ਉੱਪਰ ਲਾਈਵ ਕਥਾ ਸਰਵਣ ਕਰਦੇ ਹੋ, ਸਾਰਿਆਂ ਦਾ ਬਹੁਤ 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 ਧੰਨਵਾਦ। ਸਤਿਗੁਰੂ ਮਹਾਰਾਜ ਜੀਓ ਆਪ ਜੀਆਂ ਦਾ ਕੋਟਨ ਕੋਟ ਕੋਟ ਧੰਨਵਾਦ। ਸ਼ਲੋਕ ਪਵਨ ਗੁਰੂ ਪਾਣੀ